ਹੁਣ ਵਕਤ ਆ ਗਿਆ 7ਵੇਂ ਪਾਤਸ਼ਾਹ ਦਾ। ਅਪ੍ਰੈਲ 1660 ਦੀ ਘਟਨਾ। 7ਵੇਂ ਪਾਤਸ਼ਾਹ ਸ੍ਰੀਨਗਰ ਗਏ ਤੇ ਨਲੂਸ਼ੀ ਦੇ ਕੋਲ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਮਿਲੇ। ਬਾਬਾ ਮੱਖਣ ਸ਼ਾਹ ਜੀ ਨੇ ਇੱਕ ਸਮਾਚਾਰ ਦਿੱਤਾ ਹੈ ਕਿ ਮੇਰੇ ਪਿਤਾ ਬਾਬਾ ਦਾਸਾ ਜੀ ਅਕਾਲ ਚਲਾਣਾ ਕਰ ਗਏ ਨੇ। ਇਹਦਾ ਮਤਲਬ ਕਿ ਬਾਬਾ ਦਾਸਾ ਜੀ ਦਾ ਅਕਾਲ ਚਲਾਣਾ ਅਪ੍ਰੈਲ 1660 ਦੇ ਵਿੱਚ ਹੋਇਆ। ਔਰ ਮੇਰੇ ਖਿਆਲ ਦੇ ਨਾਲ ਅਸੀਂ ਇਤਿਹਾਸ ਦੀ ਇਸ ਘਟਨਾ ਤੋਂ ਵਾਕਿਫ ਨਹੀਂ ਹੋਵਾਂਗੇ ਕਿ ਗੁਰੂ ਹਰਰਾਏ ਸਾਹਿਬ ਆਪਣਾ ਪ੍ਰਚਾਰਕ ਦੌਰਾ ਉਸ ਇਲਾਕੇ ਦਾ ਛੱਡ ਕੇ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਦੇ ਨਾਲ ਹੀ ਉਹਨਾਂ ਦੇ ਪਿੰਡ ਚਲੇ ਗਏ। ਉੱਥੇ ਜਾ ਕੇ ਪਰਿਵਾਰ ਦੇ ਨਾਲ ਮਾਤਮਪੁਰਸ਼ੀ ਕੀਤੀ। ਇੱਕ ਸਰੋਤ ਤਾਂ ਇੱਥੋਂ ਤੱਕ ਕਹਿੰਦਾ ਹੈ ਕਿ ਉਹਨਾਂ ਦਾ ਜਿਹੜਾ 10ਵੀਂ ਦਾ ਜਿਹੜੀਆਂ ਰਸਮਾਂ ਸੀ ਧਾਰਮਿਕ ਉਹਨਾਂ ਦੇ ਅਕਾਲ ਚਲਾਣੇ ਦੀਆਂ, ਉਹ ਵੀ ਗੁਰੂ ਹਰਰਾਏ ਸਾਹਿਬ ਨੇ ਆਪਣੇ ਹੱਥੀਂ ਕੀਤੀਆਂ। ਹੁਣ ਤੁਸੀਂ ਵੇਖ ਲਓ ਕਿ ਇਸ ਪਰਿਵਾਰ ਦਾ ਕਿੰਨਾ ਚੰਗਾ ਸੰਬੰਧ ਹੋਵੇਗਾ ਗੁਰੂ ਸਾਹਿਬ ਦੇ ਨਾਲ, ਜਾਂ ਗੁਰੂ ਸਾਹਿਬ ਦੇ ਪਰਿਵਾਰ ਦੇ ਨਾਲ, ਜਾਂ ਜਿਹੜੀ ਗੁਰੂ ਸਾਹਿਬ ਦੀ ਚੱਲਦੀ ਆ ਰਹੀ ਪੀੜ੍ਹੀ ਸੀ ਉਹਦੇ ਨਾਲ ਇਹ ਪਰਿਵਾਰ ਕਿਸ ਤਰ੍ਹਾਂ ਪੀੜ੍ਹੀਆਂ ਦੇ ਨਾਲ ਜੁੜਦਾ ਰਿਹਾ। ਔਰ ਉਸ ਦੇ ਨਾਲ ਫਿਰ ਗੁਰੂ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ ਨੂੰ ਆਪਣੇ ਨਾਲ ਹੀ ਲੈ ਕੇ ਅਗਲੇ ਪਿੰਡ ਗਏ ਨੇ, ਜਿਹੜਾ ਭਾਈ ਕੀਰਤੀਆ ਦਾ ਪਿੰਡ ਸੀ। ਨਾਮ ਹੈ ਗਲੋਟੀਆਂ ਖੁਰਦ, ਪਾਕਿਸਤਾਨ ਦੇ ਜ਼ਿਲ੍ਹੇ ਵਜ਼ੀਰਾਬਾਦ ਦੇ ਵਿੱਚ। ਗਲੋਟੀਆਂ ਖੁਰਦ ਜਿਸ ਵੇਲੇ ਗਏ ਤੇ ਉੱਥੋਂ ਦੇ ਇੱਕ ਨੰਦ ਰਾਮ ਨਾਂ ਦੇ ਖੱਤਰੀ ਨੇ ਆ ਕੇ ਗੁਰੂ ਸਾਹਿਬ ਨੂੰ ਮੱਥਾ ਟੇਕਿਆ ਤੇ ਕਿਹਾ, ਉਮਰ ਬਹੁਤ ਹੋ ਚੁੱਕੀ ਹੈ, ਮੇਰੇ ਘਰ ਔਲਾਦ ਕੋਈ ਨਹੀਂ, ਬਖਸ਼ਿਸ਼ ਕਰੋ। ਗੁਰਦੇਵ ਪਾਤਸ਼ਾਹ ਨੇ ਕਿਹਾ, ਗੁਰੂ ਨਾਨਕ ਦੇ ਦਰ ਤੋਂ ਬਖਸ਼ਿਸ਼ ਤਾਂ ਹੋ ਸਕਦੀ ਹੈ, ਪਰ ਨੰਦ ਰਾਮ ਜੀ 3 ਗੱਲਾਂ ਦਾ ਖਿਆਲ ਰੱਖਿਓ। ਕੇਸਾਂ ਦੀ ਬੇਅਦਬੀ ਨਹੀਂ ਕਰਨੀ, ਤੰਬਾਕੂ ਦੀ ਵਰਤੋਂ ਨਹੀਂ ਕਰਨੀ, ਤੇ ਆਏ ਗਏ ਅਭਿਆਗਤ ਦੀ ਸੇਵਾ ਕਿਰਤ ਕਰਕੇ ਕਰਨੀ। ਇਹ 3 ਉਪਦੇਸ਼ ਦਿੱਤੇ ਗੁਰਦੇਵ ਪਾਤਸ਼ਾਹ ਨੇ। ਨੰਦ ਰਾਮ ਸਿੱਖ ਬਣ ਗਿਆ। ਇਹ ਉਸ ਸਮੇਂ ਦੀ ਘਟਨਾ ਹੈ 1660 ਮਈ ਦੀ, ਜਦੋਂ ਨੰਦ ਰਾਮ ਸਿੱਖ ਬਣਿਆ। ਤੇ ਇਹ ਜਿਹੜਾ ਨੰਦ ਰਾਮ ਸੀ, ਇਹਦੇ ਘਰ ਅੱਗੋਂ 2 ਪੁੱਤਰਾਂ ਨੇ ਜਨਮ ਲਿਆ, ਬਾਗਮਲ ਔਰ ਭਾਗਮਲ। ਔਰ ਬਾਗਮਲ ਤੇ ਭਾਗਮਲ ਦੇ ਜਿਹੜੇ ਵਿਆਹ ਨੇ ਉਹ ਹੋਏ ਨੇ ਭਾਈ ਕਨ੍ਹਈਏ ਦੀਆਂ ਪੋਤਰੀਆਂ ਬੀਬੀ ਕੌਰਾਂ ਔਰ ਬੀਬੀ ਗੌਰਾਂ ਦੇ ਨਾਲ। ਤੇ ਬੀਬੀ ਕੌਰਾਂ ਦੀ ਕੁੱਖੋਂ ਬਾਗਮਲ ਦੇ ਘਰ ਜਨਮ ਲਿਆ ਹੈ ਹਕੀਕਤ ਸਿੰਘ ਨੇ, ਜਿਹਦੇ ਇਤਿਹਾਸ ਦੀ ਅਸੀਂ ਕੋਈ ਖੋਜ ਨਾ ਕੀਤੀ, ਅਸੀਂ ਹਕੀਕਤ ਰਾਏ ਬਣਾ ਦਿੱਤਾ। ਹੁਣ ਤੁਸੀਂ ਵੇਖੋ, ਜਿਹਦਾ ਦਾਦਕਾ ਪਰਿਵਾਰ ਨੰਦ ਰਾਮ ਜਿਹੜਾ 7ਵੇਂ ਪਾਤਸ਼ਾਹ ਦੇ ਸਮੇਂ ਸਿੱਖ ਬਣ ਗਿਆ, ਜਿਹਦਾ ਨਾਨਕਾ ਪਰਿਵਾਰ ਭਾਈ ਕਨ੍ਹਈਆ ਜੀ, ਉਹਨਾਂ ਦਾ ਪੁੱਤਰ ਲੱਛੀ ਰਾਮ ਸਿੰਘ, ਜਿਹਦੀਆਂ ਅੱਗੋਂ ਬੇਟੀਆਂ ਨੇ ਬੀਬੀ ਕੌਰਾਂ ਤੇ ਬੀਬੀ ਗੌਰਾਂ, ਜਿਹਦਾ ਨਾਨਕਾ ਪਰਿਵਾਰ ਸਿੱਖ, ਜਿਹੜਾ ਵਿਆਹਿਆ ਹੋਇਆ ਬਟਾਲੇ ਸਰਦਾਰ ਕਿਸ਼ਨ ਸਿੰਘ ਉੱਪਲ ਦੀ ਬੇਟੀ ਨੰਦ ਕੌਰ ਦੇ ਨਾਲ, ਉਹ ਹਕੀਕਤ ਰਾਏ ਕਿਵੇਂ ਹੋ ਗਿਆ ਜੀ? ਨਾਨਕਾ ਪਰਿਵਾਰ ਸਿੱਖ, ਸਹੁਰਾ ਪਰਿਵਾਰ ਸਿੱਖ, ਦਾਦਕਾ ਪਰਿਵਾਰ ਸਿੱਖ। ਤੇ ਇਹ ਜਿਹੜੇ ਸਰਦਾਰ ਕਿਸ਼ਨ ਸਿੰਘ ਉੱਪਲ ਨੇ, ਇਹਨਾਂ ਭਾਈ ਡਲ ਸਿੰਘ ਦੇ ਕੋਲੋਂ ਅੰਮ੍ਰਿਤ ਛਕਿਆ, ਤੇ ਭਾਈ ਡਲ ਸਿੰਘ ਨੇ ਬੁੱਧ ਸਿੰਘ ਬਟਾਲਵੀਏ ਤੋਂ ਅੰਮ੍ਰਿਤ ਛਕਿਆ, ਤੇ ਬੁੱਧ ਸਿੰਘ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲੋਂ ਅੰਮ੍ਰਿਤ ਛਕਿਆ। ਸਾਰਾ ਹੀ ਪਰਿਵਾਰ ਅੰਮ੍ਰਿਤਧਾਰੀ। ਤੇ ਜਿਨ੍ਹਾਂ ਨੇ ਹਕੀਕਤ ਰਾਏ ਨੂੰ ਸ਼ਹੀਦ ਕਰਨ ਦਾ ਫਤਵਾ ਦੇਣ ਵਾਲੇ, ਹਕੀਕਤ ਸਿੰਘ ਜਿਹੜਾ ਸੀ, ਜਿਨ੍ਹਾਂ ਨੂੰ ਇਹ ਹਕੀਕਤ ਸਿੰਘ ਨੂੰ ਫਤਵਾ ਦੇਣ ਵਾਲੇ ਕਾਜ਼ੀ ਅਬਦੁਲ ਹੱਕ ਦਾ ਸਿਰ ਵੱਢਿਆ ਸੀ, ਸਰਦਾਰ ਡਲ ਸਿੰਘ ਤੇ ਮਲਾ ਸਿੰਘ, ਉਹ ਹਕੀਕਤ ਰਾਏ ਦੀ ਘਰਵਾਲੀ ਦੇ ਸਕੇ ਚਾਚੇ ਸੀ। ਹੁਣ ਤੁਸੀਂ ਅੰਦਾਜ਼ਾ ਲਾ ਲਓ। ਤੇ ਮੈਂ ਇਸ ਪਰਿਵਾਰ ਦੀ ਇੱਕ ਹੋਰ ਗੱਲ ਸਾਂਝੀ ਕਰ ਦੇਵਾਂ। ਹਕੀਕਤ ਰਾਏ ਦੀ ਇੱਕ ਭੂਆ ਸੀ ਸੁਰਸਤੀ, ਸਰਸਵਤੀ ਨਾਮ ਵੀ ਉਸਦਾ ਇਤਿਹਾਸ 'ਚ ਆਉਂਦਾ ਹੈ। ਤੇ ਸਰਸਵਤੀ ਦਾ ਵਿਆਹ ਹੋਇਆ ਸੀ ਸ਼ਿਵਰਾਮ ਕਪੂਰ ਦੇ ਨਾਲ। ਤੇ ਸ਼ਿਵਰਾਮ ਕਪੂਰ ਦੇ ਘਰ ਇੱਕ ਬੱਚੀ ਨੇ ਜਨਮ ਲਿਆ ਜਿਸ ਦਾ ਨਾਮ ਸਾਹਿਬ ਕੰਵਰ ਰੱਖਿਆ ਗਿਆ। ਤੇ ਇਹਦਾ ਵਿਆਹ ਹੋਇਆ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ। ਹੁਣ ਤੁਸੀਂ ਵੇਖ ਲਓ ਕਿ ਹਕੀਕਤ ਰਾਏ ਦਾ ਪਰਿਵਾਰ ਹਕੀਕਤ ਰਾਏ ਸੀ ਜਾਂ ਹਕੀਕਤ ਸਿੰਘ ਸੀ। ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਰਿਸ਼ਤੇਦਾਰੀ, ਨੰਦ ਰਾਮ ਦੇ ਪੁੱਤਰਾ ਤੇ ਭਾਈ ਕਨ੍ਹਈਏ ਦੇ ਦੋਤਰੇ ਦੇ ਵਿੱਚੋਂ ਸਰਦਾਰ ਕਿਸ਼ਨ ਸਿੰਘ ਉੱਪਲ ਦਾ ਜਵਾਈ ਅਸੀਂ ਹਕੀਕਤ ਰਾਏ ਬਣਾ ਦਿੱਤਾ। ਕਿਉਂ ਬਣਾਇਆ? ਇਤਿਹਾਸ ਦੀ ਖੋਜ ਨਹੀਂ ਕੀਤੀ ਸੀ। ਸੋ ਉਸ ਤੋਂ ਬਾਅਦ ਗੁਰੂ ਹਰਰਾਏ ਸਾਹਿਬ ਪੰਜਾਬ ਨੂੰ ਆ ਗਏ ਤੇ ਬਾਬਾ ਜੀ ਆਪਣੇ ਕਾਰੋਬਾਰ ਦੇ ਵਿੱਚ ਵਿਅਸਤ ਹੋ ਗਏ। ਹੁਣ ਗੱਲ ਆ ਜਾਂਦੀ ਹੈ ਕਿ ਜਹਾਜ਼ ਦੀ ਘਟਨਾ ਦੀ। ਉਹ ਤਾਰੀਖ ਕਿਹੜੀ ਸੀ? ਉਹ ਹੈ 1664 ਫੱਗਣ। ਜਿਹੜਾ ਡੇਮੂ ਦਾ ਭੰਵਰ ਹੈ, ਇਹ ਪੁਰਤਗਾਲ ਦੇ ਕੋਲ ਪੈਂਦਾ ਹੈ, ਜਿੱਥੇ ਜਹਾਜ਼ ਉਹ ਜਿਹੜਾ ਸੀ ਉਹ ਫਸਿਆ, ਜਿਸ ਦਾ ਜ਼ਿਕਰ ਸਾਨੂੰ ਇਤਿਹਾਸ ਦੇ ਵਿੱਚ ਮਿਲਦਾ ਹੈ। ਇਸ ਗੱਲ ਦਾ ਜ਼ਿਕਰ ਸਰਦਾਰ ਹਰਪਾਲ ਸਿੰਘ ਕਸੂਰ ਨੇ ਖੋਜ ਕਰਕੇ ਕੀਤਾ ਕਿ ਇਹ ਡੇਮੂ ਦਾ ਭੰਵਰ ਸੀ।
ਉੱਥੇ ਜਿਹੜਾ ਜਹਾਜ਼ ਫਸਿਆ ਤੇ ਉੱਥੇ ਜਿਹੜੀ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਨੇ ਅਰਦਾਸ ਕੀਤੀ ਹੈ, ਉਹ ਅਰਦਾਸ ਲੁਬਾਣਕੀ ਬੋਲੀ ਦੇ ਵਿੱਚ ਹੈ ਔਰ ਮੇਰੇ ਕੋਲ ਪਈ ਹੋਈ ਹੈ। ਇਹ 1963 ਦੇ ਵਿੱਚ ਆਲੋਚਨਾ ਮਾਸਿਕ ਪੱਤਰ ਦੇ ਵਿੱਚ ਛਪੀ ਸੀ। ਉਹ ਲੁਬਾਣਕੀ ਬੋਲੀ ਦੇ ਵਿੱਚ ਹੈ, ਜਿਹੜੀ ਬਾਬਾ ਮੱਖਣ ਸ਼ਾਹ ਲੁਬਾਣਾ ਨੇ ਅਰਦਾਸ ਕੀਤੀ। ਤੇ ਅਰਦਾਸ ਕਿਸ ਨੂੰ ਕੀਤੀ? ਅਰਦਾਸ ਕੀਤੀ ਹੈ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਨਾਮ ਲੈ ਕੇ, ਕਿਉਂਕਿ ਉਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਗੁਰਤਾ ਗੱਦੀ ਤੇ ਸੀ। ਤੇ ਉਹ ਜਦੋਂ ਵਾਪਸ ਦਿੱਲੀ ਆਏ ਨੇ, ਇੱਥੇ ਆ ਕੇ ਪਤਾ ਲੱਗਾ ਲੱਖੀ ਸ਼ਾਹ ਵਣਜਾਰੇ ਦੇ ਕੋਲੋਂ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਜੋਤੀ ਜੋਤ ਸਮਾ ਚੁੱਕੇ ਨੇ। ਜਿਹੜੀ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਦੀ ਜਹਾਜ਼ ਦੇ ਵਿੱਚ ਅਰਦਾਸ ਹੈ, ਉਹ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਨਾਮ ਨੂੰ ਸੰਬੋਧਿਤ ਹੈ, ਕਿਉਂਕਿ ਉਦੋਂ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਕਿ ਗੁਰੂ ਸਾਹਿਬ ਇੰਨੀ ਛੋਟੀ ਆਯੂ 'ਚ ਜੋਤੀ ਜੋਤ ਸਮਾ ਚੁੱਕੇ ਨੇ। ਹੁਣ ਬਾਬਾ ਲੱਖੀ ਸ਼ਾਹ ਵਣਜਾਰਾ ਦੇ ਨਾਲ ਉਹਨਾਂ ਦਾ ਕੀ ਸੰਬੰਧ ਸੀ? ਇਹ ਵੀ ਇੱਕ ਇਤਿਹਾਸ ਦੀ ਬੜੀ ਅਹਿਮ ਕੜੀ ਹੈ, ਇਹਨੂੰ ਸਮਝਣਾ ਬਹੁਤ ਜ਼ਰੂਰੀ ਹੈ। 1952 ਦੇ ਵਿੱਚ ਤੁਸੀਂ ਸਾਰੇ ਨਾਮ ਜਾਣਦੇ ਹੋਵੋਗੇ, ਬੇਗੋਵਾਲ ਤੋਂ ਬਾਬਾ ਹਰਨਾਮ ਸਿੰਘ ਜੀ। ਬਾਬਾ ਹਰਨਾਮ ਸਿੰਘ ਨੇ ਇੱਕ ਕਿਤਾਬ ਲਿਖੀ ਸੀ ਬਾਬਾ ਮੱਖਣ ਸ਼ਾਹ ਲੁਬਾਣਾ 1952 ਦੇ ਵਿੱਚ। ਅੱਜ ਉਹ ਵੀ ਕਿਤਾਬ ਸਾਡੇ ਕੋਲ ਕਿਸੇ ਕੋਲ ਨਹੀਂ ਹੈਗੀ, ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਪਈ ਹੋਈ ਹੈ। ਉਹਦੇ ਵਿੱਚ ਜ਼ਿਕਰ ਹੈ ਕਿ ਬਾਬਾ ਮੱਖਣ ਸ਼ਾਹ ਲੁਬਾਣਾ ਤੇ ਲੱਖੀ ਸ਼ਾਹ ਵਣਜਾਰਾ ਦੀ ਵਪਾਰਕ ਸਾਂਝ ਸੀ। ਉਹ ਇੱਥੇ ਵਪਾਰ ਕਰਦੇ ਸੀ ਤੇ ਅੱਗੋਂ ਵਪਾਰ ਨੂੰ ਬਾਹਰਲੇ ਦੇਸ਼ਾਂ ਦੇ ਵਿੱਚ ਹੋਰ ਥਾਵਾਂ 'ਤੇ ਲੈ ਕੇ ਜਾਣ ਦੀ ਜਿਹੜੀ ਜ਼ਿੰਮੇਵਾਰੀ ਸੀ, ਉਹ ਬਾਬਾ ਮੱਖਣ ਸ਼ਾਹ ਲੁਬਾਣਾ ਦੀ ਸੀ। ਸੋ ਇਹਨਾਂ ਦੀ ਦੋ ਪਰਿਵਾਰਾਂ ਦੀ ਆਪਸ ਦੇ ਵਿੱਚ ਵਪਾਰਕ ਸਾਂਝ ਸੀ। ਹੁਣ ਇਸ ਸਾਂਝ ਦੇ ਵਿੱਚ ਇੱਕ ਹੋਰ ਸ਼ਹੀਦ ਪਰਿਵਾਰ ਜੁੜ ਜਾਂਦਾ ਹੈ। ਹੁਣ ਉਸ ਪਰਿਵਾਰ ਨੂੰ ਤੁਸੀਂ ਇਸ ਬਰਾਦਰੀ 'ਚੋਂ ਬਾਹਰ ਕਰਕੇ ਕਿਵੇਂ ਵੇਖੋਗੇ? ਉਹ ਪਰਿਵਾਰ ਉਹ ਜੁੜ ਜਾਂਦਾ ਹੈ ਕਿ ਲੱਖੀ ਸ਼ਾਹ ਵਣਜਾਰਾ ਜੀ ਦੀ ਇੱਕ ਬੇਟੀ ਹੈ ਜਿਸ ਦਾ ਨਾਮ ਸੀਤੋ ਬਾਈ ਹੈ, ਜਿਹੜੀ ਅੰਮ੍ਰਿਤ ਛਕ ਕੇ ਬਸੰਤ ਕੌਰ ਬਣਦੀ ਹੈ। ਤੇ ਸੀਤੋ ਬਾਈ ਦਾ ਆਨੰਦ ਕਾਰਜ ਹੋਇਆ ਭਾਈ ਮਨੀ ਸਿੰਘ ਦੇ ਨਾਲ। ਹੁਣ ਅਗਲਾ ਇੱਕ ਹੋਰ ਪਰਿਵਾਰ ਇਸ ਪਰਿਵਾਰ ਦੇ ਨਾਲ ਜੁੜ ਜਾਂਦਾ, ਭਾਈ ਮਨੀ ਸਿੰਘ ਦਾ ਖਾਨਦਾਨ। ਉਹ ਵੀ ਭਾਰਦਵਾਜ ਰਾਜਪੂਤ ਨੇ, ਪਰ ਉਹ ਇਹ ਵਪਾਰ ਦਾ ਕੰਮ ਨਹੀਂ ਕਰਦੇ। ਅਸੀਂ ਇਸ ਕਰਕੇ ਉਹਨਾਂ ਨੂੰ ਵਣਜਾਰੇ ਨਹੀਂ ਕਹਿੰਦੇ, ਪਰ ਕੋਈ ਸਰੋਤਾਂ ਦੇ ਵਿੱਚ ਮਨੀ ਸਿੰਘ ਵਣਜਾਰਾ ਸ਼ਬਦ ਵੀ ਆਉਂਦਾ ਹੈ। ਹੁਣ ਤੁਸੀਂ ਆਪ ਸੋਚ ਲਓ ਕਿ ਇਹ ਪਰਿਵਾਰ ਕਿਸ ਤਰ੍ਹਾਂ ਦੇ ਨਾਲ ਜੁੜੇ ਹੋਏ ਨੇ। ਤੇ ਭਾਈ ਮਨੀ ਸਿੰਘ ਦੇ 10 ਪੁੱਤਰ ਨੇ, ਜਿਨ੍ਹਾਂ 'ਚੋਂ 2 ਜਿਉਂਦੇ ਬਚਦੇ ਨੇ, 8 ਸ਼ਹੀਦ ਹੁੰਦੇ ਨੇ। ਬਚਿੱਤਰ ਸਿੰਘ ਉਹਨਾਂ ਦਾ ਬੇਟਾ ਹੈ, ਅਜੈਬ ਸਿੰਘ ਉਹਨਾਂ ਦਾ ਬੇਟਾ ਹੈ, ਅਨਿਕ ਸਿੰਘ ਉਹਨਾਂ ਦਾ ਬੇਟਾ ਹੈ, ਉਦੇ ਸਿੰਘ ਉਹਨਾਂ ਦਾ ਬੇਟਾ ਹੈ। ਇਹ ਸਾਰੇ ਸ਼ਹੀਦ ਹੁੰਦੇ ਨੇ। 10 ਦੇ ਵਿੱਚੋਂ 8 ਪੁੱਤਰ ਜਿਹੜੇ ਨੇ ਉਹ 1704 ਤੋਂ ਲੈ ਕੇ 1720 ਤੱਕ ਸ਼ਹੀਦ ਹੁੰਦੇ ਨੇ। 8 ਪੁੱਤਰ, ਅੱਗੋਂ ਪੋਤਰੇ, ਅੱਗੋਂ ਪੋਤਰਿਆਂ ਦੇ ਪੁੱਤਰ, ਪੜਪੋਤਰੇ, ਤੇ ਤਕਰੀਬਨ ਇੱਕ ਪਰਿਵਾਰ ਦੇ 56 ਜੀ ਸ਼ਹੀਦ ਹੁੰਦੇ ਨੇ ਭਾਈ ਮਨੀ ਸਿੰਘ ਦੇ ਪਰਿਵਾਰ ਦੇ। ਲੱਖੀ ਸ਼ਾਹ ਵਣਜਾਰਾ ਦੇ ਕੋਲ ਬਾਬਾ ਮੱਖਣ ਸ਼ਾਹ ਲੁਬਾਣਾ ਆਏ ਤੇ ਉਹਨਾਂ ਨੂੰ ਆ ਕੇ ਦੱਸਿਆ ਕਿ 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਜੋਤੀ ਜੋਤ ਸਮਾ ਚੁੱਕੇ ਨੇ। ਤੇ ਆਖਰੀ ਬਚਨ ਉਹਨਾਂ ਦੇ ਨੇ, ਬਾਬਾ ਬਸੇ ਬਕਾਲੇ ਗ੍ਰਾਮ। ਤੇ ਉਹਨਾਂ ਦੀ ਗੁਰਤਾ ਗੱਦੀ ਦੀਆਂ ਜਿਹੜੀਆਂ ਰਸਮਾਂ ਨੇ ਉਹ ਸਾਰੀਆਂ ਭਾਈ ਦਰਗਾਹੀ ਮੱਲ ਤੇ ਮਨੀ ਰਾਮ, ਮਨੀ ਸਿੰਘ ਜਿਹੜੇ ਬਾਅਦ 'ਚ ਬਣਦੇ ਨੇ, ਉਹਨਾਂ ਦੇ ਰਾਹੀਂ ਬਕਾਲੇ ਭੇਜ ਦਿੱਤੀਆਂ ਨੇ। ਹੁਣ ਬਾਬਾ ਸ਼ਬਦ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਬਾਬਾ ਬਕਾਲਾ ਨਹੀਂ ਸੀ, ਕੇਵਲ ਬਕਾਲਾ ਸੀ। ਬਾਬਾ ਬਕਾਲਾ ਉਦੋਂ ਬਣਿਆ ਹੈ ਜਦੋਂ 8ਵੇਂ ਪਾਤਸ਼ਾਹ ਦੇ ਮੁਖਾਰਬਿੰਦ 'ਚੋਂ ਇਹ ਸ਼ਬਦ ਨਿਕਲਿਆ, ਬਾਬਾ ਬਸੇ ਬਕਾਲੇ ਗ੍ਰਾਮ। ਤੇ ਅਸੀਂ ਸਾਰੇ ਜਾਣਦੇ ਹਾਂ ਕਿ ਸਾਡੇ ਪੰਜਾਬੀ ਸੱਭਿਆਚਾਰ 'ਚ ਦਾਦੇ ਨੂੰ ਬਾਬਾ ਕਿਹਾ ਜਾਂਦਾ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦੇ ਦਾਦਾ ਜੀ ਲੱਗਦੇ ਸੀ। ਬਾਬਾ ਦਾਦੇ ਵਾਸਤੇ ਸ਼ਬਦ ਵਰਤਿਆ ਕਿ ਜਿਹੜਾ ਦਾਦਾ ਹੁਣ ਗੁਰਤਾ ਗੱਦੀ ਦਾ ਅਧਿਕਾਰੀ ਉਹ ਹੈ। ਤੇ ਹੁਣ ਇੱਥੇ ਬਾਬਾ ਮੱਖਣ ਸ਼ਾਹ ਲੁਬਾਣਾ ਆਏ ਨੇ। ਤੇ ਜਦੋਂ ਆਏ ਨੇ, ਗੁਰਪ੍ਰਤਾਪ ਸੂਰਜ ਗ੍ਰੰਥ ਦੇ ਇੱਕ ਹਵਾਲੇ ਨੂੰ ਪੜ੍ਹ ਕੇ ਵੇਖੋ, ਤੁਹਾਨੂੰ ਅੰਦਾਜ਼ਾ ਲੱਗ ਜਾਵੇਗਾ ਕਿ ਉਹਨਾਂ ਸਮਿਆਂ ਦੇ ਵਿੱਚ ਉਹਨਾਂ ਦਾ ਆਰਥਿਕ ਪੱਧਰ ਕਿਵੇਂ ਦਾ ਹੈ। ਹੁਤੇ ਸਵਾਰ ਪੰਚ ਸੈ ਸੰਗ, ਉਠਾਏ ਤੀਰ ਤਲਵਾਰ ਤੁਫੰਗ, ਕਿ ਹਰ ਵੇਲੇ ਉਹਨਾਂ ਦੇ ਨਾਲ 500 ਯੋਧਿਆਂ ਦੀ ਫੌਜ ਹੁੰਦੀ ਸੀ। ਜੇਕਰ ਪੁਰਾਤਨ ਸਰੋਤਾਂ ਨੂੰ ਪੜ੍ਹੋ ਤੇ ਸਾਰੇ ਘਟਨਾਕ੍ਰਮ ਨੂੰ ਅਸੀਂ ਸੰਕੋਚੀਏ ਤੇ ਬਾਬਾ ਮੱਖਣ ਸ਼ਾਹ ਲੁਬਾਣਾ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਭੋਰੇ ਦੇ ਵਿੱਚ ਇੱਕ ਮੀਟਿੰਗ ਵੀ ਹੁੰਦੀ ਹੈ। ਹੁਣ ਮੀਟਿੰਗ ਅੰਦਰ ਹੋਈ ਹੈ, ਅੰਦਰ ਕੀ ਗੱਲਾਂ ਬਾਤਾਂ ਹੋਈਆਂ ਕੋਈ ਇਤਿਹਾਸਕਾਰ ਨਹੀਂ ਲਿਖ ਸਕਦਾ ਕਿ ਕੀ ਵਰਤਾਰਾ ਵਾਪਰਿਆ, ਅੰਦਰ ਕੀ ਗੱਲਬਾਤ ਹੋਈ ਹੈ। ਉਸ ਤੋਂ ਬਾਅਦ ਬਾਹਰ ਆ ਕੇ ਜਿਹੜਾ ਸ਼ਬਦ ਉਚਾਰਿਆ ਹੈ ਬਾਬਾ ਮੱਖਣ ਸ਼ਾਹ ਲੁਬਾਣਾ ਨੇ, ਜਿਹੜਾ ਅਸੀਂ ਸਾਰੇ ਕਹਿੰਦੇ ਗੁਰੂ ਲਾਦੋ ਰੇ, ਇਹ ਲੁਬਾਣਕੀ ਬੋਲੀ ਦਾ ਗੁਰੂ ਲਾਦੋ ਰੇ। ਤੇ ਅਸੀਂ ਕੁਦਰਤਨ ਕੁਝ ਸਰੋਤ ਜਿਹੜੇ ਐਸੇ ਨੇ ਉਹਨਾਂ ਦਾ ਇਤਿਹਾਸਕ ਪਿਛੋਕੜ ਨਾ ਜਾਣਨ ਕਰਕੇ ਅਸੀਂ ਦਿਹਾੜਿਆਂ ਦਾ ਨਾਮਕਰਨ ਹੀ ਬਰਬਾਦ ਕਰ ਦਿੱਤਾ। ਅਸੀਂ ਕਹਿਤਾ ਰੱਖੜ ਪੁੰਨਿਆ ਦਾ ਮੇਲਾ।
ਉਹ ਕਿਉਂ ਬਣਾ ਦਿੱਤਾ ਜੀ? ਇਹ ਸੀ ਤਾਂ ਗੁਰੂ ਲਾਦੋਰੇ ਦਿਵਸ। ਰੱਖੜ ਪੁੰਨਿਆਂ ਦੇ ਨਾਲ ਤੇ ਸਾਡਾ ਸੰਬੰਧ ਹੀ ਕੋਈ ਨਹੀਂ, ਨਾ ਰੱਖੜੀ ਦੇ ਨਾਲ ਸਾਡਾ ਕੋਈ ਸੰਬੰਧ। ਆ ਹੁਣ ਪਿਛਲੇ ਸਾਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਿੱਠੀਆਂ ਲਿਖੀਆਂ ਗਈਆਂ, ਮੈਂ ਵੀ ਉਦੋਂ ਨਿਊਯਾਰਕ ਸੀ। ਉਸ ਚਿੱਠੀਆਂ ਦੇ ਉੱਪਰ ਅਵਤਾਰ ਸਿੰਘ ਮੱਕੜ ਨੇ ਕਾਰਵਾਈ ਕਰਕੇ ਸ਼੍ਰੋਮਣੀ ਕਮੇਟੀ ਨੇ ਹੁਣ ਮਤਾ ਪਾਸ ਕੀਤਾ ਕਿ ਅੱਗੇ ਤੋਂ ਕਦੇ ਵੀ ਰੱਖੜ ਪੁੰਨਿਆ ਨਹੀਂ ਲਿਖਿਆ ਜਾਵੇਗਾ, ਗੁਰੂ ਲਾਦੋਰੇ ਦਿਵਸ ਲਿਖਿਆ ਜਾਵੇਗਾ। ਪਰ ਇਹ ਨਾਮਕਰਨ ਕਿਉਂ ਹੋ ਗਿਆ? ਬਿਲਕੁਲ ਉਸ ਤਰ੍ਹਾਂ ਹੋ ਗਿਆ ਜਿਵੇਂ ਬੰਦੀ ਛੋੜ ਦਿਵਸ ਸਾਡਾ ਦੀਵਾਲੀ ਦੇ ਨਾਲ ਜੁੜ ਗਿਆ। ਉਹ ਕਿੰਜ ਹੋਇਆ ਕਿ ਕੁਦਰਤਨ ਜਿਸ ਦਿਨ 6ਵੇਂ ਪਾਤਸ਼ਾਹ ਗਵਾਲੀਅਰ ਦੇ ਕਿਲੇ 'ਚੋਂ ਰਿਹਾ ਹੋ ਕੇ 26 ਅਕਤੂਬਰ ਨੂੰ ਹਰੀਦਾਸ ਦਰੋਗੇ ਦੇ ਘਰ ਆਏ ਨੇ, ਉਸ ਦਿਨ ਦੀਵਾਲੀ ਸੀ। ਅਸੀਂ ਦੀਵਾਲੀ ਦੇ ਨਾਲ ਉਸ ਨੂੰ ਜੋੜ ਲਿਆ ਤੇ ਬਿਲਕੁਲ ਘਟਨਾਕ੍ਰਮ ਇੰਝ ਹੀ ਵਾਪਰਿਆ ਕਿ ਜਦੋਂ ਜਿਸ ਦਿਨ ਬਾਬਾ ਮੱਖਣ ਸ਼ਾਹ ਲੁਬਾਣਾ ਨੇ ਇਹ ਨਾਅਰਾ ਲਾਇਆ ਕੋਠੇ ਤੇ ਚੜ੍ਹ ਕੇ ਕਿ ਗੁਰੂ ਲਾਦੋਰੇ, ਉਸ ਦਿਨ ਰੱਖੜੀ ਦਾ ਦਿਨ ਸੀ, ਪੁੰਨਿਆ ਦਾ। ਅਸੀਂ ਰੱਖੜ ਪੁੰਨਿਆ ਦਾ ਮੇਲਾ ਬਣਾ ਲਿਆ। ਹੁਣ ਤੁਸੀਂ ਵੇਖੋ ਕਿ ਇਤਿਹਾਸ ਦਾ ਕਿੰਨਾ ਵੱਡਾ ਪੱਖ ਸੀ ਗੁਰੂ ਲਾਦੋਰੇ ਤੇ ਪ੍ਰਗਟ ਕਰਨ ਦੇ ਵਿੱਚ ਬਾਬਾ ਮੱਖਣ ਸ਼ਾਹ ਦੀ ਜਿਹੜੀ ਭੂਮਿਕਾ ਹੈ ਉਹ ਇਸ ਕਰਕੇ ਅਹਿਮ ਹੈ ਕਿ ਗੁਰੂ ਸਾਹਿਬ ਦੇ ਆਲੇ ਦੁਆਲੇ ਜਿੰਨੇ ਵੀ ਲੋਕ ਸੀ ਉਹ ਗੁਰੂ ਸਾਹਿਬ ਦੇ ਵੈਰੀ ਬਣੇ ਹੋਏ ਸੀ। ਔਰ ਆਮ ਲੋਕਾਂ ਦੇ ਵਿੱਚ ਇਸ ਗੱਲ ਦਾ ਪ੍ਰਚਾਰ ਸੀ ਕਿ ਸ਼ਾਇਦ ਗੁਰੂ ਧੀਰਮਲ ਹੈ। ਕਿਉਂ? ਕਿਉਂਕਿ ਜਿਹੜੀ ਹੱਥ ਲਿਖਤ ਬੀੜ ਸੀ ਉਹ ਧੀਰਮਲ ਦੇ ਕੋਲ ਸੀ ਤੇ ਲੋਕਾਂ ਤੱਕ ਇਹ ਗੱਲ ਲੈ ਕੇ ਜਾਣੀ, ਇਹਦੇ ਵਾਸਤੇ ਇੱਕ ਤਾਕਤ ਦੀ, ਇੱਕ ਬਲ ਦੀ ਲੋੜ ਸੀ ਤੇ ਬਾਬਾ ਮੱਖਣ ਸ਼ਾਹ ਲੁਬਾਣੇ ਦੇ ਕੋਲ ਉਹ ਬਲ ਸੀ, ਉਹ ਤਾਕਤ ਸੀ ਕਿ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਨੇ ਗੁਰੂ ਸਾਹਿਬ ਨੂੰ ਪ੍ਰਗਟ ਵੀ ਕੀਤਾ ਔਰ ਉੱਥੇ ਜਿੰਨੇ ਵੀ ਮਸੰਦ, ਖਾਸ ਕਰਕੇ ਸ਼ੀਹੇ ਮਸੰਦ ਵਰਗੇ ਜਿਨ੍ਹਾਂ ਗੁਰੂ ਸਾਹਿਬ ਦੇ ਉੱਪਰ ਗੋਲੀ ਵੀ ਚਲਾਈ ਸੀ, ਉਹਨਾਂ ਦੀਆਂ ਵੀ ਮਸ਼ਕਾਂ ਬੰਨੀਆਂ, ਸਜ਼ਾਵਾਂ ਵੀ ਦਿੱਤੀਆਂ, ਬੀੜ ਵੀ ਵਾਪਸ ਲਈ। ਇਹ ਗੱਲ ਵੱਖਰੀ ਹੈ ਕਿ ਗੁਰੂ ਸਾਹਿਬ ਨੇ ਕਿਹਾ ਕਿ ਕੋਈ ਗੱਲ ਨਹੀਂ, ਬੀੜ ਵਾਪਸ ਦੇ ਦਿਓ, ਅਸੀਂ ਕੋਈ ਝਗੜਾ ਨਹੀਂ ਕਰਨਾ ਇਹਨਾਂ ਦੇ ਨਾਲ। ਨਹੀਂ ਤੇ ਬਾਬਾ ਮੱਖਣ ਸ਼ਾਹ ਲੁਬਾਣਾ ਨੇ ਤਾਂ ਇੱਕ ਸਰੋਤ ਕਹਿੰਦਾ ਇੱਥੋਂ ਤੱਕ ਕਿਹਾ ਕਿ ਜੇ ਤੁਸੀਂ ਕਹੋ ਤੇ ਅਸੀਂ ਇਹਨਾਂ ਨੂੰ ਇੱਥੇ ਹੀ ਸੌਦਾ ਲਾ ਦਿੰਦੇ। ਪਰ ਗੁਰੂ ਸਾਹਿਬ ਨੇ ਕਿਹਾ ਨਹੀਂ, ਅਸੀਂ ਇੰਜ ਨਹੀਂ ਕਰਨਾ। ਉਸ ਤੋਂ ਬਾਅਦ ਜਦੋਂ ਗੁਰੂ ਸਾਹਿਬ ਗਏ ਨੇ ਅੰਮ੍ਰਿਤਸਰ, ਜਿਹਦੇ ਬਾਰੇ ਇੱਕ ਕਹਾਵਤ ਬਣੀ ਹੈ, ਨਹਿ ਮਸੰਦ ਤੁਮ ਅੰਮ੍ਰਿਤ ਸੜੀਏ, ਤ੍ਰਿਸ਼ਨਾ ਅਗਨ ਤੇ ਅੰਤਰ ਸੜੀਏ, ਤੇ ਉਦੋਂ ਵੀ ਬਾਬਾ ਮੱਖਣ ਸ਼ਾਹ ਲੁਬਾਣਾ ਗੁੱਸੇ 'ਚ ਆ ਗਏ। ਕਹਿੰਦੇ ਇਹ ਮਸੰਦ ਕੌਣ ਹੁੰਦੇ ਨੇ ਜਿਹੜੇ ਸਾਨੂੰ ਅੰਦਰੋਂ ਵੜਨ ਤੋਂ ਰੋਕਣ? ਅਸੀਂ ਇਹਨਾਂ ਦੇ ਨਾਲ ਵੀ ਤਲਵਾਰ ਸਾਂਝੀ ਕਰ ਸਕਦੇ ਹਾਂ। ਗੁਰੂ ਪਾਤਸ਼ਾਹ ਨੇ ਉੱਥੇ ਵੀ ਰੋਕ ਦਿੱਤਾ। ਉਸ ਤੋਂ ਬਾਅਦ ਜਦੋਂ ਅਨੰਦਪੁਰ ਸਾਹਿਬ ਗਏ ਨੇ, ਜਦੋਂ ਅਨੰਦਪੁਰ ਸਾਹਿਬ ਦੀ ਜ਼ਮੀਨ ਖਰੀਦੀ ਹੈ ਤੇ ਉਦੋਂ ਵੀ 500 ਮੋਹਰਾਂ ਬਾਬਾ ਮੱਖਣ ਸ਼ਾਹ ਲੁਬਾਣਾ ਨੇ ਭੇਟ ਕੀਤੀਆਂ ਨੇ, ਜਿਸ ਦਾ ਜ਼ਿਕਰ ਸਾਨੂੰ ਇਤਿਹਾਸ ਦੇ ਵਿੱਚ ਮਿਲਦਾ ਹੈ। ਹੁਣ ਤੁਸੀਂ ਆਪ ਅੰਦਾਜ਼ਾ ਲਗਾ ਲਓ ਕਿ ਇਹ ਪਰਿਵਾਰ ਕਿਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਦੇ ਨਾਲ ਜੁੜਿਆ ਹੋਇਆ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਹਾਦਤ ਹੁੰਦੀ ਹੈ, ਸਾਨੂੰ ਉੱਥੇ ਕੋਈ ਰੋਲ ਨਹੀਂ ਨਜ਼ਰ ਆਉਂਦਾ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਦਾ, ਲੱਖੀ ਸ਼ਾਹ ਵਣਜਾਰਾ ਜੀ ਦਾ ਆਉਂਦਾ। ਉਹ ਕਿਉਂ ਨਹੀਂ ਆਉਂਦਾ? ਕਿਉਂਕਿ ਗੁਰੂ ਸਾਹਿਬ ਦੀ ਸ਼ਹਾਦਤ ਹੁੰਦੀ ਹੈ 1675 ਦੇ ਵਿੱਚ ਤੇ ਬਾਬਾ ਮੱਖਣ ਸ਼ਾਹ ਲੁਬਾਣਾ 1674 ਦੇ ਵਿੱਚ, 1 ਸਾਲ ਪਹਿਲਾਂ ਅਕਾਲ ਚਲਾਣਾ ਕਰ ਚੁੱਕਿਆ। ਇਹਨਾਂ ਦੇ 3 ਪੁੱਤਰਾਂ ਦਾ ਇਤਿਹਾਸ ਜ਼ਿਕਰ ਆਉਂਦਾ ਹੈ, ਚੰਦੂ ਰਾਮ, ਉਹਦੇ ਤੋਂ ਬਾਅਦ ਖੁਸ਼ਹਾਲ ਚੰਦ ਤੇ ਉਹਦੇ ਤੋਂ ਬਾਅਦ ਲਾਲ ਚੰਦ। ਇਹ ਜਿਹੜੇ 3 ਪੁੱਤਰ ਨੇ, ਇਹਨਾਂ ਤਿੰਨਾਂ ਨੇ ਹੀ 1699 ਦੀ ਵਿਸਾਖੀ ਵਾਲੇ ਦਿਨ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲੋਂ ਖੰਡੇ ਬਾਟੇ ਦੀ ਬਾਹੁ ਲਈ। ਖੁਸ਼ਹਾਲ ਚੰਦ ਖੁਸ਼ਹਾਲ ਸਿੰਘ ਬਣਿਆ, ਚੰਦੂ ਰਾਮ ਜਵੰਦ ਸਿੰਘ ਬਣਿਆ, ਲਾਲ ਚੰਦ ਲਾਲ ਸਿੰਘ ਬਣਿਆ। ਤਿੰਨਾਂ ਹੀ ਪੁੱਤਰਾਂ ਨੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲੋਂ ਖੰਡੇ ਬਾਟੇ ਦੀ ਬਾਹੁ ਲਈ ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਾਲ ਚੰਦ ਜੀ ਨੂੰ ਆਪਣਾ ਹੱਥ ਲਿਖਤੇ ਇੱਕ ਹੁਕਮਨਾਮਾ ਬਖਸ਼ਿਸ਼ ਕੀਤਾ। ਤੁਸੀਂ ਕਾਹਨ ਸਿੰਘ ਨਾਭਾ ਹੁਣਾਂ ਦਾ ਮਹਾਨ ਕੋਸ਼ ਪੜ੍ਹ ਕੇ ਉਹ 'ਚ ਗੁਜਰਾਤ ਸ਼ਬਦ ਦੀ ਖੋਜ ਕਰਿਓ, ਉਹਦੇ ਵਿੱਚ ਤੁਹਾਨੂੰ ਜ਼ਿਕਰ ਮਿਲੇਗਾ ਕਿ ਗੁਜਰਾਤ ਨਗਰ ਦੇ ਵਿੱਚ ਇੱਕ ਲਾਲ ਸਿੰਘ ਨਾਂ ਦਾ ਸਿੱਖ ਰਹਿੰਦਾ ਸੀ, ਜਿਸ ਕੋਲ ਗੁਰੂ ਗੋਬਿੰਦ ਸਿੰਘ ਦਾ ਹੱਥ ਲਿਖਤ ਹੁਕਮਨਾਮਾ ਸੀ। ਪਰ 1947 ਦੇ ਰੌਲੇ ਤੋਂ ਬਾਅਦ ਉਹ ਹੁਕਮਨਾਮਾ ਜਿਹੜਾ ਸੀ ਉਹ ਗਵਾਚ ਗਿਆ। ਮੈਂ ਬੜੀ ਲੱਭਣ ਦੀ ਕੋਸ਼ਿਸ਼ ਕੀਤੀ, ਪਹਿਲਾਂ ਪਤਾ ਲੱਗਾ ਕਿ ਇੰਗਲੈਂਡ ਕਿਸੇ ਪਰਿਵਾਰ ਦੇ ਕੋਲ ਹੈ, ਮੈਂ ਮਿਲਿਆ, ਉਹਨਾਂ ਦੇ ਕੋਲ ਨਹੀਂ ਸੀ। ਫਿਰ ਪਤਾ ਲੱਗਾ ਕਿ ਦਿੱਲੀ ਦੇ ਕੋਲ ਕਿਸੇ ਪਰਿਵਾਰ ਦੇ ਕੋਲ ਹੈ, ਪਿਪਲੀ ਦੇ ਕੋਲ ਉਹ ਪਰਿਵਾਰ ਰਹਿੰਦਾ ਹੈ। ਮੈਂ ਉੱਥੇ ਵੀ ਗਿਆ ਪਰ ਉਹ ਨਹੀਂ ਮਿਲ ਸਕਿਆ। ਉਹ ਜਿਹੜਾ ਇਤਿਹਾਸਕ ਹੁਕਮਨਾਮਾ ਸੀ ਉਹ ਗਵਾਚ ਚੁੱਕਾ ਹੈ। ਜੇ ਸਾਨੂੰ ਉਹ ਮਿਲ ਜਾਵੇ ਤੇ ਉਹਦੇ ਵਿੱਚੋਂ ਹੋਰ ਵੀ ਕਈ ਇਤਿਹਾਸ ਦੀਆਂ ਤੰਦਾਂ ਖੁੱਲ੍ਹ ਸਕਦੀਆਂ ਨੇ। ਖੈਰ, ਲਾਲ ਸਿੰਘ ਜੀ ਤਾਂ ਵਾਪਸ ਗੁਜਰਾਤ ਆ ਗਏ, ਆਪਣੇ ਕਾਰ ਵਿਹਾਰ ਦੇ ਵਿੱਚ ਲੱਗ ਗਏ ਤੇ ਭਾਈ ਜਵੰਦ ਸਿੰਘ ਤੇ ਭਾਈ ਖੁਸ਼ਹਾਲ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਰਹਿ ਗਏ। ਹੁਣ ਆ ਜਾਓ ਸਤੰਬਰ 1700, ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦਰਬਾਰ ਲੱਗਾ ਹੋਇਆ ਤੇ ਚਤਰ ਸਿੰਘ ਬਰਾੜ ਨੇ ਆ ਕੇ ਕਲਗੀਧਰ ਪਾਤਸ਼ਾਹ ਨੂੰ ਸੂਚਨਾ ਦਿੱਤੀ ਹੈ ਕਿ ਪਹਾੜੀ ਰਾਜੇ ਇੱਕ ਮਸਤ ਹਾਥੀ ਨੂੰ ਤਿਆਰ ਕਰਕੇ ਲੋਹਗੜ੍ਹ ਦਾ ਕਿਲ੍ਹਾ ਤੋੜਨ ਵਾਸਤੇ ਲਿਆ ਰਹੇ ਨੇ।
ਹੁਣ ਗੁਰੂ ਸਾਹਿਬ ਦਾ ਨਿਵਾਸ ਤਾਂ ਆਨੰਦਗੜ੍ਹ ਦੇ ਵਿੱਚ, ਕਿਲੇ ਹੋਰ ਵੀ ਨੇ। ਲੋਹਗੜ੍ਹ ਦਾ ਕਿਲਾ ਹੀ ਕਿਉਂ ਤੋੜਿਆ ਜਾ ਰਿਹਾ? ਲੋਹਗੜ੍ਹ ਦੇ ਕਿਲੇ ਦੇ ਉੱਪਰ ਹਮਲਾ ਇਸ ਕਰਕੇ ਕੀਤਾ ਜਾ ਰਿਹਾ ਕਿ ਉਹਨਾਂ ਸਮਿਆਂ ਦੇ ਵਿੱਚ ਜਿਹੜੇ ਇਸ ਪਰਿਵਾਰ ਨੇ ਕਬੀਲੇ ਲਿਆਂਦੇ ਸੀ ਰਾਜਪੂਤਾਨੇ ਦੇ, ਜਿਹੜੇ ਹਥਿਆਰ ਤਿਆਰ ਕਰਦੇ ਸੀ, ਉਹ ਸਾਰੇ ਹਥਿਆਰ ਜਿਹੜੇ ਨੇ ਉਹ ਲੋਹਗੜ੍ਹ ਦੇ ਕਿਲੇ 'ਚ ਤਿਆਰ ਕਰਾਏ ਜਾਂਦੇ ਸੀ। ਉਹਨਾਂ ਦਾ ਰੱਖ ਰਖਾਅ ਸਾਰਾ ਲੋਹਗੜ੍ਹ ਦੇ ਕਿਲੇ ਦੇ ਵਿੱਚ ਹੁੰਦਾ ਸੀ। ਇਸ ਕਰਕੇ ਪਹਾੜੀ ਰਾਜਿਆਂ ਨੂੰ ਸੀਗਾ ਕਿ ਲੋਹਗੜ੍ਹ ਦੇ ਕਿਲੇ ਨੂੰ ਕਬਜ਼ਾ ਕਰ ਲਓ, ਤੇ ਜੇਕਰ ਗੁਰੂ ਸਾਹਿਬ ਦੀ ਫੌਜ ਹਥਿਆਰਾਂ ਤੋਂ ਰਹਿਤ ਹੋ ਜਾਵੇਗੀ ਤਾਂ ਲੜਨਾ ਕਿੰਨੇ? ਇਸ ਕਰਕੇ ਲੋਹਗੜ੍ਹ ਨੂੰ ਚੁਣਿਆ ਗਿਆ। ਹੁਣ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਜਿਹੜਾ ਵਾਰਤਾਲਾਪ, ਜਿਹੜਾ ਘਟਨਾਕ੍ਰਮ ਹੈ, ਤੁਸੀਂ ਸਾਰੇ ਜਾਣਦੇ ਹੋ ਕਿ ਦੁਨੀ ਚੰਦ ਭੱਜ ਗਿਆ, ਬਚਿੱਤਰ ਸਿੰਘ ਨੇ ਮੁਕਾਬਲਾ ਕੀਤਾ। ਬਚਿੱਤਰ ਸਿੰਘ ਦੇ ਨਾਲ 2 ਸਿੱਖ ਹੋਰ ਗਏ ਨੇ, ਜਿਨ੍ਹਾਂ 'ਚੋਂ ਇੱਕ ਸ਼ਹੀਦ ਹੋਇਆ। ਅਸੀਂ ਇਤਿਹਾਸ 'ਚ ਨਹੀਂ ਜਾਣਦੇ। ਬਚਿੱਤਰ ਸਿੰਘ ਦੇ ਨਾਲ 2 ਸਿੱਖ ਹੋਰ ਤੋਰੇ ਨੇ, ਇੱਕ ਭਾਈ ਮੱਖਣ ਸ਼ਾਹ ਲੁਬਾਣਾ ਜੀ ਦਾ ਪੁੱਤਰ ਖੁਸ਼ਹਾਲ ਸਿੰਘ ਤੇ ਦੂਸਰਾ ਉਦੇ ਸਿੰਘ। ਇਹਨਾਂ ਤਿੰਨਾਂ ਨੂੰ ਕਲਗੀਧਰ ਪਾਤਸ਼ਾਹ ਨੇ ਆਪ ਸ਼ਸਤਰ ਦਿੱਤੇ ਨੇ। ਸਿਰਫ ਸਾਨੂੰ ਨਾਗਨੀ ਦਾ ਚੇਤਾ ਹੈ ਕਿਉਂਕਿ ਉਹ ਜ਼ਿਆਦਾ ਪ੍ਰਸੰਗ ਸਾਡੀ ਮਾਨਸਿਕ ਸੱਤਾ 'ਚ ਬੈਠਾ ਹੋਇਆ ਹੈ। ਬਚਿੱਤਰ ਸਿੰਘ ਨੂੰ ਕਲਗੀਧਰ ਪਾਤਸ਼ਾਹ ਨੇ ਨਾਗਨੀ ਬਖਸ਼ਿਸ਼ ਕੀਤੀ ਹੈ, ਉਦੇ ਸਿੰਘ ਨੂੰ ਕਰਪਾ ਬਰਸ਼ਾ ਦਿੱਤਾ ਹੈ ਤੇ ਖੁਸ਼ਹਾਲ ਸਿੰਘ ਨੂੰ ਸ਼ਮਸ਼ੀਰ ਦਿੱਤੀ ਹੈ। ਇਹ 3 ਯੋਧੇ ਫੌਜ ਦੀ ਅਗਵਾਈ ਕਰਕੇ ਮੈਦਾਨੇ ਜੰਗ ਦੇ ਵਿੱਚ ਗਏ ਨੇ। ਮਸਤ ਹਾਥੀ ਦੇ ਨਾਲ ਜਿਹੜਾ ਮੁਕਾਬਲਾ ਹੈ ਉਹ ਬਚਿੱਤਰ ਸਿੰਘ ਨੇ ਕੀਤਾ ਹੈ। ਉਦੇ ਚੰਦ ਦਾ ਜਿਹੜਾ ਸਿਰ ਹੈ, ਉਹ ਕੇਸਰੀ ਚੰਦ ਦਾ ਸਿਰ ਜਿਹੜਾ ਉਹ ਉਦੇ ਸਿੰਘ ਵੱਢ ਕੇ ਲੈ ਕੇ ਆਇਆ, ਤੇ ਉਸ ਜੰਗ ਦੇ ਵਿੱਚ ਭਾਈ ਖੁਸ਼ਹਾਲ ਸਿੰਘ ਸ਼ਹਾਦਤ ਪ੍ਰਾਪਤ ਕਰ ਗਏ ਬਾਬਾ ਮੱਖਣ ਸ਼ਾਹ ਦੇ ਵੇਲੇ। ਉਸ ਤੋਂ ਬਾਅਦ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਆਨੰਦਪੁਰ ਸਾਹਿਬ ਨੂੰ ਛੱਡਦੇ ਨੇ ਜਦੋਂ ਔਰੰਗਜ਼ੇਬ ਦੀ ਲਿਖੀ ਹੋਈ ਕੁਰਾਨ ਦੇ ਉੱਪਰ ਇੱਕ ਕਸਮ ਆਉਂਦੀ ਹੈ, ਜਿਸ ਦੇ ਉੱਪਰ ਲਿਖਿਆ ਕਿ ਤਸ਼ਰੀਫ ਦਰ ਕਸਬਾ ਕਾਂਗੜ ਕੁਨਦ ਵਜ਼ਾਂ ਪਸ ਮੁਲਾਕਾਤ ਬਾਹਮ ਸ਼ਬਦ। ਫਾਰਸੀ ਦੇ ਸ਼ਬਦ ਨੇ, ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜ਼ਫਰਨਾਮੇ ਦੇ ਵਿੱਚ ਲਿਖੇ ਹੋਏ ਨੇ, ਤੇ ਨਾਲ ਇਹ ਵੀ ਲਿਖਿਆ ਹੈ ਕਿ ਔਰੰਗਜ਼ੇਬ ਬੇਸ਼ੱਕ ਮੈਂ ਕੁਝ ਨਹੀਂ ਸੰਭਾਲਿਆ, ਪਰ ਤੇਰੀ ਭੇਜੀ ਹੋਈ ਉਹ ਮੁਕੱਦਸ ਕੁਰਾਨ ਸ਼ਰੀਫ ਮੇਰੇ ਕੋਲ ਹੈ ਜਿਸ ਤੇ ਤੂੰ ਕਸਮ ਲਿਖੀ ਸੀ। ਤੁਰਾ ਗਰ ਬਬਾਇਦ ਬਕੌਲੇ ਕੁਰਾਨ ਬਨਿਸਦੇ ਸ਼ਮਾਰਾ ਰਸਾਨ ਮਹਮਾ। ਜੇਕਰ ਤੂੰ ਉਹ ਆਪਣੀ ਮੁਕੱਦਸ ਕੁਰਾਨ ਸ਼ਰੀਫ ਵੇਖਣਾ ਚਾਹੁੰਦਾ, ਮੇਰੇ ਕੋਲ ਪਈ ਹੈ। ਹੁਣ ਤੁਸੀਂ ਵੇਖੋ ਗੁਰੂ ਕੈਸਾ ਆਪਣਾ ਤੇ ਪਰਿਵਾਰ, ਰਾਜ, ਤਾਜ, ਬਾਜ ਕੁਝ ਨਹੀਂ ਸੰਭਾਲਿਆ, ਪਰ ਕਿਸੇ ਗੈਰ ਧਰਮ ਦੀ ਪਵਿੱਤਰ ਪੁਸਤਕ ਨੂੰ ਹੀ ਸੰਭਾਲ ਕੇ ਰੱਖਿਆ। ਤੁਰਾ ਗਰ ਬਬਾਇਦ ਬਕੌਲੇ ਕੁਰਾਨ ਬਨਿਸਦੇ ਸ਼ਮਾਰਾ ਰਸਾਨ ਮਹਮਾ। ਤੇ ਚਮਕੌਰ ਦੀ ਗੜੀ ਦੇ ਵਿੱਚ ਦੁਨੀਆ ਦੀ ਅਸਾਵੀਂ ਜੰਗ ਹੋਈ ਹੈ। ਉਸ ਅਸਾਵੀਂ ਜੰਗ ਦੇ ਵਿੱਚ ਲੜ ਕੇ ਸ਼ਹੀਦ ਹੋਇਆ ਬਾਬਾ ਮੱਖਣ ਸ਼ਾਹ ਲੁਬਾਣਾ ਦਾ ਦੂਸਰਾ ਪੁੱਤਰ ਜਵੰਦ ਸਿੰਘ, ਜਿਸ ਦਾ ਜ਼ਿਕਰ ਮੈਕਸ ਆਰਥਰ ਮੈਕਾਲਫ ਨੇ ਆਪਣੀ ਕਿਤਾਬ ਸਿੱਖ ਇਤਿਹਾਸ ਭਾਗ 2 ਦੇ ਵਿੱਚ ਕੀਤਾ। ਤੀਸਰਾ ਪੁੱਤਰ ਜਿਹੜਾ ਸੀ ਉਸ ਦਾ ਪਰਿਵਾਰ ਚੱਲਦਾ ਹੈ। ਸੋ ਇੰਨਾ ਵੱਡਾ ਇਹ ਪਰਿਵਾਰਕ ਪਿਛੋਕੜ ਹੈ। ਹੁਣ ਜੇ ਅਸੀਂ ਆ ਜਾਈਏ ਰਣਜੀਤ ਸਿੰਘ ਦੇ ਰਾਜ ਤੱਕ, ਰਣਜੀਤ ਸਿੰਘ ਦੇ ਰਾਜ ਦਾ ਜਿਹੜਾ ਜ਼ਮੀਨੀ ਬੰਦੋਬਸਤ ਹੈ ਉਸ ਦਾ ਜ਼ਿਕਰ ਕੀਤਾ ਹੈ ਸਰਦਾਰ ਕਰਮ ਸਿੰਘ ਹਿਸਟੋਰੀਅਨ ਨੇ। ਕਿਤਾਬ ਹੈ ਬਹੁਮੁੱਲੇ ਇਤਿਹਾਸਕ ਲੇਖ, ਜ਼ਰੂਰ ਪੜ੍ਹਿਓ ਕਿਤੇ ਤੁਹਾਨੂੰ ਮਿਲੇ। ਉਸ ਜ਼ਮੀਨੀ ਬੰਦੋਬਸਤ ਵਿੱਚ ਇੱਕ ਗੱਲ ਸਾਹਮਣੇ ਆਉਂਦੀ ਹੈ ਕਿ ਰਣਜੀਤ ਸਿੰਘ ਦਾ ਇੱਕ ਸ਼ਾਹੀ ਫਰਮਾਨ ਹੈ ਕਿ ਲੁਬਾਣੇ ਪਰਿਵਾਰ ਟੈਕਸ ਮੁਕਤ ਨੇ, ਕਰ ਤੋਂ ਮੁਕਤ ਨੇ। ਬਾਕੀ ਸਾਰੇ ਜਿੰਨੇ ਵੀ ਲੋਕ ਨੇ ਜ਼ਰਾਇਤੀ ਖੇਤਰ ਦੇ ਜਿਹੜੇ ਜ਼ਮੀਂਦਾਰ ਕਰਦੇ ਨੇ, ਜ਼ਮੀਨ ਦੀ ਵਾਹੀ ਕਰਦੇ ਨੇ ਜਾਂ ਕੋਈ ਵੀ ਕੰਮ ਕਰਦੇ ਨੇ, ਉਹਨਾਂ ਕੋਲ ਸਰਕਾਰੀ ਕਰ ਲਿਆ ਜਾਂਦਾ ਹੈ, ਲੁਬਾਣੇ ਪਰਿਵਾਰਾਂ ਕੋਲ ਨਹੀਂ ਲਿਆ ਜਾਂਦਾ। ਕਿਉਂ ਨਹੀਂ ਲਿਆ ਜਾਂਦਾ? ਥੱਲੇ ਕਾਰਨ ਵੀ ਦਿੱਤਾ ਹੈ। ਇਹ ਉਹ ਪਰਿਵਾਰ ਨੇ ਜਿਨ੍ਹਾਂ ਦੇ ਕੋਲ ਕਰ ਲੈਣ ਦੀ ਲੋੜ ਨਹੀਂ। ਇਹ ਇੰਨੇ ਇਮਾਨਦਾਰ ਨੇ ਕਿ ਜਦੋਂ ਵੀ ਕਿਸੇ ਮੁਹਿੰਮ ਦੇ ਵਿੱਚ, ਕਿਸੇ ਜੰਗ ਦੇ ਵਿੱਚ ਮੈਨੂੰ ਸਰਮਾਏ ਦੀ ਲੋੜ ਹੁੰਦੀ ਹੈ, ਇਹ ਸਭ ਕੁਝ ਲਿਆ ਕੇ ਮੇਰੇ ਅੱਗੇ ਢੇਰੀ ਕਰ ਦਿੰਦੇ ਨੇ। ਕਿੰਨੀ ਇਮਾਨਦਾਰੀ ਹੋਵੇਗੀ। ਰਣਜੀਤ ਸਿੰਘ ਦੇ ਨਾਲ ਕਿਵੇਂ ਦੇ ਸੰਬੰਧ ਹੋਣਗੇ ਕਿ ਰਣਜੀਤ ਸਿੰਘ ਦੇ ਪੁੱਤਰ ਮਹਾਰਾਜਾ ਦਲੀਪ ਸਿੰਘ ਨੇ ਜਦੋਂ ਮਲਕਾ ਵਿਕਟੋਰੀਆ ਦੇ ਕੋਲੋਂ ਮੰਗ ਕੀਤੀ ਹੈ ਨਾ ਕਿ ਸਾਡਾ ਰਾਜ ਵਾਪਸ ਦਿੱਤਾ ਜਾਵੇ, ਉਹਨੇ ਨਾਲ ਸਪੈਸ਼ਲ ਇਹਨਾਂ 14 ਤੋਂ 17 ਪਿੰਡਾਂ ਦੀ ਮੰਗ ਕੀਤੀ ਹੈ ਜਿਹੜੇ ਜੇਲਮ ਦੇ ਕੰਢੇ ਦੇ ਉੱਪਰ ਸਾਲਟ ਰੇਂਜਸ ਦੇ ਪਿੰਡ ਸੀ ਜਿੱਥੇ ਲੁਬਾਣੇ ਪਰਿਵਾਰ ਵਸਦੇ ਸੀ। ਇੰਨਾ ਵਿਲੱਖਣ ਤੇ ਵੱਖਰਾ ਇਤਿਹਾਸ ਹੈ ਸਾਡਾ। ਵਕਤ ਮੈਂ ਤੁਹਾਡਾ ਥੋੜ੍ਹਾ ਜ਼ਿਆਦਾ ਲੈ ਗਿਆ, ਖਿਮਾ ਦਾ ਜਾਚਕ ਹੈ। ਇਸ ਨੂੰ ਸੰਭਾਲਣ ਦਾ ਯਤਨ ਕਰੀਏ, ਇਸ ਨੂੰ ਸਮਝਣ ਦਾ ਯਤਨ ਕਰੀਏ। ਪਰ ਗੱਲ ਫਿਰ ਉੱਥੇ ਆ ਜਾਵੇਗੀ ਕਿ ਬਾਬਾ ਸੋਹਣ ਗੁਰੂ ਨਾਨਕ ਸਾਹਿਬ ਨਾਲ ਕਿਉਂ ਜੁੜਿਆ ਸੀ? ਕਿ ਗੁਰੂ ਸਾਹਿਬ ਨੇ ਕਿਹਾ ਸੀ ਸ਼ਬਦ ਦੇ ਨਾਲ ਜੁੜੇਗਾ ਤੇ ਪੀੜ੍ਹੀਆਂ ਜੁੜੀਆਂ ਰਹਿਣਗੀਆਂ। ਪੀੜ੍ਹੀਆਂ ਹੀ ਗੁਰੂ ਘਰ ਦੇ ਨਾਲ ਜੁੜੀਆਂ ਰਹੀਆਂ ਕਿਉਂਕਿ ਬਾਬਾ ਸੋਹਣ ਸ਼ਬਦ ਦੇ ਨਾਲ ਜੁੜ ਗਿਆ ਸੀ। ਅੱਜ ਜੇ ਅਸੀਂ ਵੀ ਚਾਹੁੰਦੇ ਹਾਂ ਕਿ ਸਾਡੀ ਗੋਦ ਦੇ ਵਿੱਚ ਖੇਡ ਰਿਹਾ ਬਚਪਨ ਸਿੱਖੀ ਦੇ ਨਾਲ ਜੁੜਿਆ ਰਹੇ ਤਾਂ ਕਿਸੇ ਦੇਹਧਾਰੀ ਨੇ ਕੁਛ ਨਹੀਂ ਜੇ ਦੇਣਾ, ਸਾਨੂੰ ਸ਼ਬਦ ਦੇ ਨਾਲ ਜੁੜਨਾ ਪਵੇਗਾ। ਇੰਨੀਆਂ ਬੇਨਤੀਆਂ ਪ੍ਰਵਾਨ, ਫਤਿਹ ਦੀ ਸਾਂਝ ਗੱਜ ਕੇ ਆਖਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।